ਕੋਈ ਚੀਜ਼ ਨਹੀਂ ਸੀ ਛੱਡਦਾ ਲਾਲੀ, ਨਾ ਆਪਣੀ ਧੀਆਂ ਬੇਟੀਆਂ ਦੇ ਜਹਾਨਾਂ ਨੂੰ ਉਹਨਾਂ ਨੂੰ ਵੀ ਨਹੀਂ ਸੀ ਛੱਡਦਾ ਇਹ। ਬਸ ਇਹ ਜਦੋਂ ਬੰਦਾ ਬਗੈਰਤ ਹੋ ਜਾਂਦਾ ਫਿਰ ਇਸ ਤਰ੍ਹਾਂ ਹੀ ਹੁੰਦਾ, ਜਦੋਂ ਉਹਨਾਂ ਨੂੰ ਆਪਣੇ ਬੇਦਰਦੀ ਨਾਲ ਜਦੋਂ ਮਾਰੇ ਜਿਹੜਾ ਬਸ ਜਦੋਂ ਕੋਈ ਵੇਖਣਾ, ਜਿਹਨੂੰ ਵੇਖਾ ਧੀ ਨਹੀਂ ਵੇਖਾ ਭੈਣ ਨਹੀਂ ਸੀ ਵੇਖਦਾ, ਜਦੋਂ ਮਰਜ਼ੀ ਗਲਤ ਕੰਮ ਸ਼ੁਰੂ ਕਰਦਾ ਸੀ। ਆਹ ਬਗੈਰਤ ਬੰਦਾ ਸੀ, ਆਹ ਚੂਹਾ ਹੈ ਨਕੰਮਾ ਜਿਹਾ ਤੇ ਆਹ ਬੜਾ ਬਗੈਰਤ ਬੰਦਾ ਸੀ। ਕਦੇ ਆਂਦਾ ਵੱਡੇ ਜਵਾਈ ਨਾਲ ਇੰਝ ਸੀ, ਜਵਾਈ ਤੇ ਕਦੀ ਚਾਰਿਆ ਕਦੀ ਆਇਆ ही नहीं, वो कभी जवाई कभी आया ही नहीं घर। अस्सलाम वालेकुम नाज़रीन, मैं हूं एडी मलिक और मुरीदके में एक और खातून अपने ही शोहर की दरिंदगी का निशाना बन गई। शोहर ने अपने 2 जवान बेटों के साथ मिलकर अपनी बीवी को टोकों के वार करके मौत के घाट उतार दिया। मेरे साथ मकतूला रज़िया की बहन और भाई मौजूद हैं जो आपको इस कत्ल की असल हकीकत बताएंगे और इन कातलों की भी असल हकीकत बताएंगे। बाजी मन तुसीं ये दसो कि किवें होया तुहाडी भैन दा कत्ल ते ਇਹ ਬੰਦਾ ਜਿਹਦੇ ਨਾਲ ਉਹਨੇ ਸ਼ਾਦੀ ਕੀਤੀ ਸੀ ਇਹ ਕਿਵੇਂ ਦਾ ਹੈਗਾ ਸੀ? ਇਹ ਬਹੁਤ ਬਗੈਰਤ ਸੀ, ਬਹੁਤ ਗੰਦਾ ਸੀ, ਬਹੁਤ ਬਗੈਰਤ ਸੀ। ਤੇ ਕੀ ਨਾਮ ਹੈ ਇਹਦਾ? ਤਫੈਲ। ਤੇ ਕੀ ਕਰਦਾ ਹੈਗਾ ਸੀ ਕੰਮ ਸ਼ਾਮ? ਕੰਮ ਬਸ ਇਹ ਹਵਾਈ ਜੱਤੀ ਦੇ ਕਰਦਾ ਸੀ ਆਪਣਾ। ਅੱਛਾ। ਬਸ ਕਰ ਲਿਆ ਕੰਮ ਕਰ ਲਿਆ, ਆਪਣੀ ਪੈਲੀ ਪੂਲੀ ਲਾ ਲਈ, ਅਰਗਾ ਕਰ ਲਿਆ, ਬਸ ਇਹੀ ਕਰਦਾ ਸੀ। ਮੇਲੇ 'ਚ ਕਦੀ ਛਾਬੇਦਾਰੀ ਕਰ ਲਈ, ਪੱਲੇਦਾਰੀ ਕਰ ਲਈ, ਕਰਕੇ ਤੇ ਉਹ ਬਸ ਕਰਦਾ ਸੀ, ਜਾਂ ਆਪਣਾ ਇੱਕ ਵਾਈ ਬਣਾ ਕਰਦਾ ਸੀ, ਹੋਰ ਕੋਈ ਨਹੀਂ ਸੀ ਕਰਦਾ ਕੁਛ। ਤੇ ਕੀ ਵਜ੍ਹਾ ਸੀ ਕਿ ਤੁਹਾਡੀ ਭੈਣ ਨੂੰ ਇਹਨੇ ਕਤਲ ਕਰ ਦਿੱਤਾ ਤੇ ਇੰਨਾ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਕਿ ਉਹਦਾ ਤੇ ਚਿਹਰਾ ਨਹੀਂ ਪਛਾਣਿਆ ਜਾ ਰਿਹਾ ਸੀ, ਇੰਨੇ ਵਾਰ ਕੀਤੇ ਟੋਕੇ ਦੇ ਉਹਨੇ? ਬਸ ਇਹ ਜਦੋਂ ਬੰਦਾ ਬਗੈਰਤ ਹੋ ਜਾਂਦਾ ਫਿਰ ਇਸ ਤਰ੍ਹਾਂ ਹੀ ਹੁੰਦਾ, ਜਦੋਂ ਉਹਨਾਂ ਨੂੰ ਆਪਣੇ ਬੇਦਰਦੀ ਨਾਲ ਜਦੋਂ ਮਾਰੇ ਜਿਹੜਾ ਜਿਸ ਆਇਆ ਟੋਕੇ ਦੇ ਨਾਲ, ਜਿਸ ਆਇਆ ਕੱਟੀ ਗਿਆ, ਜਦੋਂ ਮਾਰੀ ਗਿਆ ਉਹ ਹੈ। ਅੱਲਾ ਦਾ ਕੀ ਉਹਦਾ ਕਸੂਰ ਕੀ ਸੀ ਤੁਹਾਡੀ ਭੈਣ ਦਾ? ਅੱਲਾ ਪਾਕ ਇਨਸਾਫ ਕਰੇਗਾ। ਗੱਲ ਸੋ ਮੇਰੀ ਕੋਈ ਕਸੂਰ ਨਹੀਂ ਸੀ, ਕੋਈ ਕਸੂਰ ਨਹੀਂ ਸੀ। ਰੋਟੀ ਪਾਣੀ ਪਕਾਇਆ, ਖਾਦਾ ਪੀਤਾ, ਹਰ ਗੱਲ ਕੀਤੀ ਹੈ, ਕੋਈ ਕਸੂਰ ਨਹੀਂ ਸੀ। ਬਸ ਐਵੇਂ ਅੱਗੇ ਜਦੋਂ ਗੱਲ ਬਣਾਉਣ ਲੱਗੇ ਤਾਂ ਬਣਾ ਲਈ, ਹੋਰ ਕੋਈ ਕਸੂਰ ਨਹੀਂ ਸੀ ਉਹਦਾ ਹੈਗਾ। ਕੋਈ ਗਲਤ ਕੰਮ ਕੋਈ ਕੁਛ ਨਹੀਂ ਸੀ ਕਿਸੇ ਨੇ। ਹੁਣ ਗਲਤ ਕੰਮ ਜਿਸ ਤਰ੍ਹਾਂ ਮਰਜ਼ੀ ਬਣਾਉਂਦਾ ਪਿਆ, ਜੋ ਕਰਦਾ ਪਿਆ, ਤੇ ਉਹ ਕੋਈ ਗਲਤ ਕੰਮ ਕੋਈ ਨਹੀਂ ਸੀ। ਯਾਨੀ ਕਿ ਹੁਣ ਉਹ ਝੂਠੇ ਇਲਜ਼ਾਮ ਲਗਾਉਂਦਾ ਪਿਆ ਤੁਹਾਡੀ ਭੈਣ? ਲਾਉਣ ਡਿਆ ਜਿਸ ਤਰ੍ਹਾਂ ਮਰਜ਼ੀ, ਕਦੀ ਆਂਦਾ ਮੈਂ ਕੀ ਨਾਲ ਲਈਦਾ, ਇਹਨੇ ਬੰਦਾ ਲਿਆਂਦੀ ਸੀ, ਕਦੀ ਕਹਿੰਦਾ ਕਦੀ ਕੁਛ ਕਹਿੰਦਾ, ਕਦੀ ਕੁਝ ਕਹਿੰਦਾ, ਕਦੀ ਆਂਦਾ ਵੱਡੇ ਜਵਾਈ ਨਾਲ ਇੰਝ ਸੀ, ਜਵਾਈ ਤੇ ਕਦੀ ਚਾਰਿਆ ਕਦੀ ਆਇਆ ਹੀ ਨਹੀਂ, ਉਹ ਕਦੀ ਜਵਾਈ ਕਦੀ ਆਇਆ ਹੀ ਨਹੀਂ ਘਰ। ਉਹ ਤੁਹਾਡੀ ਭੈਣ ਦੀ ਉਮਰ ਕਿੰਨੀ ਹੈਗੀ ਸੀ? ਹੈ ਸੀ 60-70 ਸਾਲ ਉਮਰ ਸੀ ਉਹਦੀ। ਜਿਹਦੀ ਉਮਰ 60-70 ਸਾਲ ਹੋਵੇ ਉਹ ਆਪਣੇ ਜਵਾਈਆਂ ਦੇ ਨਾਲ ਪੁੱਤਰਾਂ ਬਜਾ ਹੁੰਦੇ ਨੇ, ਉਹਦੇ ਨਾਲ ਕਿਵੇਂ ਇਸ ਤਰ੍ਹਾਂ ਕਰ ਸਕਦਾ? ਨਾਂ ਲੈਣ ਡਿਆ, ਉਹ ਆਇਆ ਹੀ ਨਹੀਂ ਕਦੀ ਆਇਆ ਹੀ ਨਹੀਂ, ਉਹ ਆਇਆ ਹੀ ਨਹੀਂ ਕਦੀ, ਉਹ ਕਦੀ ਘਰ ਕਦੀ ਆਇਆ ਹੀ ਨਹੀਂ। ਆਪ ਇਹ ਕਿਵੇਂ ਦਾ ਸੀ ਤੁਫੈਲ? ਆਪ ਬਗੈਰਤ ਬੰਦਾ ਸੀ, ਆਪ ਚੂਹਾ ਹੈ ਨਕੰਮਾ ਜਿਹਾ ਤੇ ਆਪ ਬੜਾ ਬਗੈਰਤ ਬੰਦਾ ਸੀ। ਕੋਈ ਚੀਜ਼ ਨਹੀਂ ਸੀ ਛੱਡਦਾ ਲਾਲੀ, ਨਾ ਆਪਣੀ ਧੀਆਂ ਬੇਟੀਆਂ ਦੇ ਜਹਾਨਾਂ ਨੂੰ ਉਹਨਾਂ ਨੂੰ ਵੀ ਨਹੀਂ ਸੀ ਛੱਡਦਾ ਇਹ। ਕਦੀ ਇਹਦੇ ਖਿਲਾਫ ਕਿਸੇ ਨੇ ਕੋਈ ਐਕਸ਼ਨ ਨਹੀਂ ਸੀ ਲਿਆ? ਵੀ ਕੋਈ ਨਹੀਂ ਸੀ ਕੋਈ ਵੀ ਲੈਂਦਾ। ਪਿੰਡ ਦਾ ਮੋਤਬਰ ਬਣਿਆ ਸੀ, ਜਦੋਂ ਗੱਲ ਕਰਦੇ ਸੀ ਪੁੱਤਰ ਸਨ, 4 ਪੁੱਤਰ ਸਨ, 5ਵਾਂ ਆਪ ਸੀ, ਜਦੋਂ ਗੱਲ ਕਰਦੇ ਉਹਨਾਂ ਗੱਲ ਪੈ ਜਾਂਦੇ ਹੁੰਦੇ ਸੀ। ਸਾਰੇ ਲੋਕਾਂ ਦੀਆਂ ਧੀਆਂ ਭੈਣਾਂ ਤੇ ਗੰਦੀਆਂ ਨਜ਼ਰਾਂ ਰੱਖਦੇ ਸੀ। ਰੱਖਦਾ ਹੁੰਦਾ ਸੀ ਉਹਨੇ, ਤੇ ਸਾਰਾ ਪੁੱਤਰਾਂ ਨੂੰ ਨਹੀਂ ਪਤਾ ਸੀ ਇਹ ਕੰਮ ਕਰ, ਸਾਰਿਆਂ ਨੂੰ ਪਤਾ ਸੀ। ਬਸ ਜਦੋਂ ਕੋਈ ਵੇਖਣਾ, ਜਿਹਨੂੰ ਵੇਖਾ ਧੀ ਨਹੀਂ ਵੇਖਦਾ, ਭੈਣ ਨਹੀਂ ਸੀ ਵੇਖਦਾ, ਜਦੋਂ ਮਰਜ਼ੀ ਗਲਤ ਕੰਮ ਸ਼ੁਰੂ ਕਰਦਾ ਸੀ। ਤੇ ਸਾਨੂੰ ਰਜ਼ੀਆ ਦੀ ਬੇਟੀ ਦਾ ਇੰਟਰਵਿਊ ਕੀਤਾ, ਉਹਨੇ ਕਿਹਾ ਜੀ ਮੇਰੇ ਤੇ ਵੀ ਗਲਤ ਨਜ਼ਰ ਰੱਖੀ ਸੀ। ਹਾਂਜੀ, ਇਹ ਤੇ ਵੀ ਗਲਤ ਨਜ਼ਰ ਰੱਖੀ ਸੀ ਉਹਨੇ, ਆਪਣੀ ਦੋਤੀ ਦੇ ਨਾਮ ਵੀ ਗਲਤ ਨਜ਼ਰ ਰੱਖੀ ਸੀ। ਜਿਹੜੇ ਕੰਮ ਜਿਹੜੀ ਗੱਲ ਹੈ ਉਹ ਗੱਲ ਹੀ ਹੁੰਦੀ ਹੈ। ਤੇ ਹੁਣ ਇਹ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਜਾਂ ਖੁਦ ਇਹਨੇ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ ਹੈ? ਉਹਨੇ ਬਸ ਜਦੋਂ ਮਾਰ ਕੇ ਨਾ ਆਪਣੇ ਆ ਕੇ ਭੈਣ ਕੋਲ ਆ ਗਿਆ, ਭੈਣ ਨੂੰ ਆਂਦਾ ਮੈਂ ਨਾ ਉਹਨੂੰ ਕਤਲ ਕਰ ਆਇਆ ਵਾਂ। ਉਹਨੇ ਕਿਉਂ? ਕਿਸੇ ਨੇ ਕਹਿੰਦਾ ਮੈਂ ਟੋਕੇ ਮਾਰ ਮੈਂ ਕਤਲ ਕਰ ਆਇਆ ਵਾਂ। ਕਤਲ ਕਰਨ ਵੇਲੇ ਉਹਨਾਂ ਨੇ ਕਿਹਾ ਠੀਕ ਮੇਰੇ ਕਿੱਲਾ ਪੈਲੀ ਦਾ ਉਹਨੇ ਵੇਚ ਕੇ ਨਾ ਮੈਨੂੰ ਮੈਂ ਚਲਾ ਜਾਣਾ ਵਾ, ਮੈਨੂੰ ਜਾ ਕੇ ਗਿਫਟ ਮੈਂ ਦੇ ਦੇਣਾ, ਤੇ ਜਾ ਕੇ ਫਿਰ ਬਾਅਦ ਮੈਨੂੰ ਕਿੱਲਾ ਪੈਲੀ ਵੇਚ ਕੇ ਮੈਨੂੰ ਕਢਵਾ ਲੈਣਾ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਤੁਸੀਂ ਤੈਨੂੰ ਪੇਸ਼ ਕਰਵਾ ਦੇਣਾ। ਉਹਨੇ ਕਿਹਾ ਮੈਂ ਆਖਾਂਗਾ ਕੀ ਨਾਂ ਲਈ, ਮੈਂ 11 ਵਜੇ ਦਾ ਮਾਰਿਆ, ਮੈਂ 11 ਵਜੇ ਦਾ ਮਾਰਿਆ, ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ, ਮੈਂ ਮਾਰ ਦਿੱਤਾ, ਤੇ ਮੈਂ ਜਾ ਕੇ ਦੇ ਦਿਆਂਗਾ ਤੇ ਮੈਨੂੰ ਕੁਛ ਵੀ ਨਹੀਂ ਹੋਏਗਾ, ਤੇ ਜਿਹੜਾ ਮੈਂ 2 ਮਹੀਨੇ ਰਵਾਂਗਾ ਤੇ ਉਹ ਮੈਨੂੰ ਪੈਸੇ ਦੇ ਦੇਗਾ, ਮੈਂ ਪਹਿਲੀ ਵੇਚ ਕੇ ਤੇ ਪੈਸੇ ਦੇ ਕੇ ਮੈਨੂੰ ਬਾਹਰ ਕਢਵਾ ਲਿਆ ਜੀ ਉਹਨੇ। ਠੀਕ। ਯਾਨੀ ਕਿ ਉਹਨੇ ਆਪਣੀ ਬੁੱਢੀ ਨੂੰ ਕਤਲ ਕਰਨ ਤੋਂ ਬਾਅਦ ਵੀ ਉਹਨੂੰ ਕੋਈ ਡਰ ਖੌਫ ਨਹੀਂ, ਕਹਿੰਦਾ ਮੈਂ ਪੈਸੇ ਦੇ ਕੇ ਆ ਜਾਵਾਂਗਾ। ਹਾਂਗਰੇ ਮਾਰਦਾ ਰਿਹਾ ਸੀ ਆਣ ਕੇ, ਹਾਂਗਰੇ ਮਾਰਦਾ ਰਿਹਾ, ਮੈਂ ਮਾਰਿਆ, ਮੈਂ ਲਾਇਆ, ਹਾਂਗਰੇ ਬੜਾ ਹਾਂਗਰੇ ਮਾਰਦਾ ਰਿਹਾ ਆਣ ਕੇ, ਧਿਆਨ ਦੇ ਕਰ ਆਪਣਾ ਬੋਲਦਾ ਰਿਹਾ, ਹਾਂਗਰੇ ਮਾਰਦਾ ਰਿਹਾ, ਮੈਂ ਮਾਰ ਆਇਆ, ਮੈਂ ਮਕਾ ਆਇਆ। ਬਾਈ ਤੁਸੀਂ ਕੀ ਕਹੋਗੇ, ਤੁਹਾਡੀ ਭੈਣ ਨੂੰ ਇੰਨਾ ਬੇਦਰਦੀ ਦੇ ਨਾਲ ਕਤਲ ਕਰ ਦਿੱਤਾ ਹੈ, ਉਹਦਾ ਜੁਰਮ ਕੀ ਸੀ ਜਿਹੜਾ ਕਿ ਉਹਨੂੰ ਇੰਨੀ ਖਤਰਨਾਕ, ਇੰਨੀ ਖੌਫਨਾਕ ਕਿਸਮ ਦੀ ਸਜ਼ਾ ਦਿੱਤੀ ਹੈ? ਸਰ ਜੀ ਮਸਲਾ ਹੈ ਨਾ ਕਿ ਗੱਲ ਆ ਗਈ ਹੋਈ, ਫਿਰ ਪੈਸਾ ਦੇ ਕੇ ਸਾਰਾ ਕੰਮ ਕਰਨ ਵਾਲਾ। 7 ਭੈਣਾਂ ਦਾ ਭਰਾ ਸਾਂ ਮੈਂ, ਤੇ ਆਪਣੀ ਮੇਰੀ ਸੱਗੀ ਭੈਣ ਨੂੰ ਕੰਧਾ ਦੇਂਦੀ ਉਹਨੇ ਫੁਰਸਤ ਨਹੀਂ ਦਿੱਤੀ। ਮੈਂ ਜਾ ਕੇ ਥਾਣੇ ਗਿਆ, ਥਾਣੇ ਨੇ ਮੈਨੂੰ ਤੋਂ ਹੀ ਬਿਠਾ ਲਿਆ। ਤੁਹਾਨੂੰ ਕਿਉਂ ਬਿਠਾਇਆ ਥਾਣੇ? ਸਰ ਜੀ ਇਹਦੇ ਇਹਨਾਂ ਕੋਲ ਪੁੱਛੋ ਨਾ, ਘੁੰਮਣ ਵਾਲੇ ਕੋਲ ਪੁੱਛੋ, ਕਿ ਜਿਹਨਾਂ ਕੋਲ ਰੁਪਈਆ ਇਹ ਇਹਨਾਂ ਕੋਲ ਪੁੱਛੋ,
ਕਿ ਮੇਰੇ ਨਾਲ ਵੱਡਾ ਭਾਈ ਸੀ ਨਾ ਮੇਰਾ 12 ਦੇ ਕੋਈ ਵੀ ਨਹੀਂ ਹੈਗਾ, ਸਾਡੇ ਸਿਰਫ ਕੱਲਾ ਮੈਂ ਹੀ ਸਵਾ ਹੈ ਤੇ 7 ਭੈਣਾਂ ਭਰਾ ਵਾ ਤੇ ਵੱਢ ਟੋਕ ਕੇ ਪਈ ਭੈਣ ਤੇ ਥਾਣੇ ਜਿਹੜਾ ਆਉਂਦੇ ਕੰਮ ਤੋਂ ਨਾਲ ਲੇਟ ਆ, ਪਤਾ ਲੱਗਾ ਕਿ ਤੇਰੀ ਭੈਣ ਕਤਲ ਹੋ ਗਈ ਇਸ ਤਰੀਕੇ ਨਾਲ। ਉੱਥੋਂ ਆਇਆ ਆ ਕੇ ਆਪਣੀ ਬਾਲ ਦਾ ਆਪਣੀ ਮਸ਼ੀਰਾਂ ਨੂੰ ਵੇਖਿਆ ਅੱਡੇ ਤੇ ਪੇਸ ਮੈਂ ਇਹਨੂੰ ਨਹਾਉਣਾ ਨਹੀਂ ਹੈਗਾ ਤੁਸੀਂ ਮੈਨੂੰ ਪਹਿਲੇ ਮੈਨੂੰ ਥੋੜੀ ਕਾਰਵਾਈ ਕਰ ਲਓ, ਕਾਨੂੰਨ ਇੱਕ ਪਰਚਾ ਪੁਲਿਆ ਕਿ ਪੈਸਾ ਚੱਲਦਾ ਅੱਜ ਕੱਲ੍ਹ ਫਿਰ ਕੰਮ ਪੁੱਠਣ ਮੈਂ ਕਿ ਕਾਲ ਕਰਨਾ ਬਾਜੀ ਤੁਸੀਂ 2 ਮਿੰਟ ਖਲੋ ਜਾਓ। ਸਰ ਜੀ ਮੈਂ 1 ਤੇ ਕਾਲ ਚਲਾਈ, ਕਾਲ ਕਰਕੇ ਫੋਨ ਕੀਤਾ ਉਹਨਾਂ ਥਾਣੇ ਸਿਟੀ ਚਲਾ ਗਿਆ ਮੈਂ। ਉੱਥੇ ਮੈਂ ਕਿਹਾ ਐਸਪੀ ਸਾਹਿਬ ਜਾਣਦੇ ਨੇ, ਐਸਪੀ ਸਾਹਿਬ ਦਾ ਮੈਨੂੰ ਨੰਬਰ ਦਿਓ। ਉਹਨੇ ਕਿਹਾ ਠੀਕ ਹੈ ਨੰਬਰ ਦਿੰਦੇ ਹਾਂ। ਉਹਨੇ ਕਾਲ ਉਧਰ 1 ਤੇ ਕੀਤੀ, ਉਹ ਵਾਪਸ ਆ ਗਏ। ਮੈਨੂੰ ਕਿ ਜੀ ਕਿੱਥੇ, ਮੈਂ ਜ਼ਫਰ ਕਿੱਥੇ, ਮੈਂ ਜੀ ਬਾਜੀ ਮੈਂ ਇਸ ਟਾਈਮ ਸਿਟੀ ਥਾਣੇ ਦੇ ਅੰਦਰ ਆ, ਇੱਥੋਂ ਚੁਕੰਨੇ ਹੋ ਗਏ ਨਾ ਭਾਜੀ। ਉਹਨਾਂ ਨੇ ਫੜ ਕੇ ਉੱਥੇ ਬਿਠਾ ਲਿਆ। ਤੁਹਾਨੂੰ ਕਿਉਂ ਬਿਠਾਇਆ, ਤੁਹਾਡਾ ਕੀ ਗੁਨਾਹ ਸੀ? ਮੇਰਾ ਸਰ ਜੀ ਇਹੀ ਗੁਨਾਹ ਸੀ ਕਿ ਮੇਰੀ ਮਸ਼ੀਰ ਹੈ ਕਿ ਕੋਈ ਜੇ ਕਾਨੂੰਨੀ ਕਾਰਵਾਈ ਵੱਡੀ ਨਾ ਕਰ ਲੇ, ਕਿ ਵੱਡੇ ਅਫਸਰ ਨਾਲ ਗੱਲ ਨਾ ਕਰ ਲਵੇ। ਕਹਿੰਦਾ ਮੈਂ ਲਾਜ ਮੇਰਾ ਆਪਣੀ ਭੈਣ ਦਾ ਪਾਹ ਕਰਾਣਾ ਮੇਰੇ ਕਿ ਸਰ ਜੀ ਇਕੱਲਾ ਮੈਂ ਯਾਰ ਰੱਬ ਦੀ ਜ਼ਾਤ ਹੈ। ਉਹਨੇ ਕਤਲ ਵੀ ਸਰ ਜੀ ਇਹੀ ਚੀਜ਼ ਸੋਚ ਕੇ ਕੀਤੀ ਕਿ ਇਹਦੀ ਪਿੱਛੇ ਬਾਈਕ ਸਾਈਡ ਕੋਲ ਨਹੀਂ ਹੈਗੀ, ਇਹਨਾਂ ਦੇ ਪਿੱਛੇ ਕੋਈ ਨਹੀਂ, ਕੋਈ ਇੱਕੋ ਹੀ ਭਰਾ ਹੈ, ਉਹ ਜਿਹਦੇ ਨਾਲ ਮੁਰੋੜੋ ਉਹਦੇ ਨਹੀਂ ਮੁੜ ਜਾਂਦਾ। ਇਹ ਗੱਲ ਸੋਚ ਕੇ ਉਹਨੇ ਕਤਲ ਕੀਤਾ। ਇਹ ਜਿਹੜਾ ਤੁਹਾਡਾ ਬਹਿਨੋਈ ਸੀ ਇਹ ਕਿਵੇਂ ਦਾ ਹੈਗਾ ਸੀ? ਕੋਈ ਗੱਲ ਸਰ ਬਿਆਨ ਕਰਦਾ ਪਿਆ ਮੈਨੂੰ ਸਰ ਜੀ। ਬੜੇ ਅਰਸੇ ਤੋਂ ਪਹਿਲਾਂ ਮੁੰਡੇ ਪਾਰਟੀ ਮੈਨੂੰ ਕਹਿੰਦੇ ਯਾਰ ਇਹ ਬੜਾ ਵੱਡਾ ਭੂੰਡ ਏ, ਇਹ ਬੜਾ ਭੂੰਡ ਏ, ਇਹ ਇੰਝ ਤੇ ਇੰਝ। ਤੇ ਮੈਂ ਕਹਿੰਦਾ ਯਾਰ ਕੋਈ ਗੱਲ ਨਹੀਂ, ਉਹਨੇ ਕਰ ਦਿੱਤੀ ਠੀਕ ਸਰ ਜੀ। ਕੀ ਕਰ ਸਕਦਾ ਮੈਂ ਇਕੱਲਾ, ਮਾਫੀ ਇਹ ਇੱਜ਼ਤ ਦੇ ਮਸਲੇ ਹੈਗੇ ਨੇ। ਤੁਹਾਡੇ ਬਹਿਨੋਈ ਦੇ ਬਾਰੇ ਚ ਲੋਕੀ ਕਹਿੰਦੇ ਸੀ ਭੂੰਡ ਹੈਗਾ ਤੇ ਕੋਈ ਧੀ ਭੈਣ ਨਹੀਂ ਛੱਡਦਾ, ਅੱਲਾ ਮਾਫੀ। ਤੇ ਮੇਰੇ ਕੋਲ ਹੈ ਨਜ਼ਰਾਂ ਚ ਵੀ ਜੀ ਵੀ ਇਹੋ ਜਿਹੇ ਹੈ ਨੇ ਜਿਹਨੇ ਜਿੱਥੇ ਮੂੰਹ ਗੰਦਾ ਕੀਤਾ ਇਹਨੇ, ਮਗਰ ਫਿਰ ਕੋਈ ਗੱਲ ਨਹੀਂ ਕਰਦਾ। ਕੋਈ ਗੱਲ ਨਹੀਂ ਯਾਰ, ਤੇ ਉਹਨੇ ਤੁਹਾਡੀ ਭੈਣ ਨੂੰ ਵੀ ਕਤਲ ਕਰ ਦਿੱਤਾ, ਬਲਕਿ ਤੁਹਾਡੀ ਭਣੇਵੀਂ ਤੇ ਉਹਨੇ ਗੰਦੀ ਨਜ਼ਰ ਰੱਖੀ ਸੀ। ਸਰ ਜੀ ਮੈਨੂੰ ਰੋਲਾ ਹੈ ਕਿ ਮੈਨੂੰ ਅੱਲਾ ਪਾਕ ਅਖਰਾਜਾਤ ਦਵੇ, ਉਹ ਬੰਦਾ ਬਾਹਰ ਆਵੇ। ਹੁਣ ਮੈਨੂੰ ਜਿਵੇਂ ਮੇਰੀ ਭੈਣ ਦੇ ਟੋਟੇ ਕਰਦੇ ਮੈਂ ਵੀ ਟੋਟੇ ਕਰਾਂਗਾ। ਇੱਕ 7 ਭੈਣਾਂ ਦਾ ਭਾਈ ਕੱਲਾ ਹੈਗਾ, ਸਭ ਜਨਾਨੇ ਨੂੰ ਕੰਧਾਂ ਦੇਣੀ। ਚੱਲ ਮੇਰੀ ਭੈਣ ਨੂੰ ਕਬਰ ਚ ਪਾਉਣ ਦੀ ਫੁਰਸਤ ਨਹੀਂ ਦਿੱਤੀ। ਸਾਰੇ ਧੀਆਂ ਭੈਣਾਂ ਨੇ ਭਾਜੀ, ਮੇਰੇ ਕੱਲੇ ਦੀ ਨਹੀਂ ਕਿ ਮੇਰੇ ਕੱਲੇ ਨਾਲ ਜ਼ੁਲਮ ਹੋ ਰਿਹਾ, ਕਿਸੇ ਨੇ ਹਰ ਇੱਕ ਨਸਲ ਨਾਲ ਜ਼ੁਲਮ ਹੋ ਸਕਦਾ। ਪੁਲਿਸ ਨੇ ਹੁਣ ਇਹਨੂੰ ਤੇ ਗ੍ਰਿਫਤਾਰ ਕਰ ਲਿਆ, ਤੇ ਬਾਕੀ ਜਿਹੜੇ ਇਹਦੇ ਨਾਲ 2 ਮੁਲਜ਼ਮ ਨੇ, ਇਹਦੇ ਬੇਟੇ ਨੇ, ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕਰਦੇ ਪਏ? ਰਲੇ ਪਏ ਨੇ ਸਾਰੇ ਨਾਲ, ਮੈਂ ਮਨਾ ਰਲ ਜਾਂਦਾ। ਉਹਨੇ ਕਿਹਾ ਕਿ ਮੈਂ 2 ਕਿੱਲੇ ਪਹਿਲੀ ਵੇਚ ਕੇ ਮੈਂ ਆਪਣੇ ਉੱਤੇ ਲਾ ਲਵਾਂਗਾ, ਮੈਂ ਕਤਲ ਕੀਤਾ ਠੀਕ ਹੈ। ਕਤਲ ਕਰਕੇ ਮੈਂ ਇਹਨੇ ਪਹਿਲੇ ਸਾਰੀ ਸ਼ੋਸ਼ਾ ਡਾਇਆ ਸੀ, ਕਿਉਂਕਿ ਇਸ ਤੋਂ ਪਹਿਲੇ ਮੇਰੀ ਇੱਕ ਭੈਣ ਨੇ ਇਸੇ ਨੇ ਮਾਰ ਛੜੀ। ਮੈਨੂੰ ਪਿੰਡ ਦੇ ਲੋਕਾਂ ਨੇ ਕਿਹਾ ਕਿ ਮੂੰਹ ਦੇ ਉੱਤੇ ਨੇ ਤਕੀਆ ਰੱਖਿਆ, ਇਹਦਾ ਸਾਹ ਘੁੱਟ ਕੇ ਮਾਰਿਆ ਪੁੱਤਰ, ਤੇ ਬਾਅਦ ਚ ਥੱਲੇ ਲਿਆ ਕੇ ਕੋਠੇ ਤੇ ਮਾਰੇ, ਥੱਲੇ ਲਿਆ ਕੇ ਇਹਦੀ ਧੂਨੀ ਤੇ ਬੱਤੀ ਲਾਈ। ਕਰੰਟ ਲਗਾ ਕੇ ਮਾਰਿਆ ਸੀ ਪਹਿਲੇ? ਸਰ ਜੀ ਪਹਿਲੇ ਉਹਦੇ ਮੂੰਹ ਤੇ ਤਕੀਆ ਰੱਖ ਕੇ ਉੱਥੇ ਦੀ ਚੀਜ਼ ਨੇ ਮਾਰ ਕੇ ਬਾਅਦ ਚ ਥੱਲੇ ਲਿਆ ਕੇ ਤੇ ਉਹਦੇ ਮਰੀਜ਼ ਨੂੰ ਕਰੰਟ ਲਾਤਾ। ਇਹਦੇ ਤੇ ਪਹਿਲੇ ਕਾਰਵਾਈ ਕੋਈ ਨਹੀਂ ਹੋਈ ਕਿ ਇਹਨੇ ਪਹਿਲੇ ਕਿਸੇ ਨੂੰ ਕਤਲ ਕੀਤਾ? ਨਹੀਂ ਸਰ ਜੀ, ਮੈਂ ਇਕੱਲਾ ਕਰਾ ਭਰਾ ਸਨ, ਸਾਰੇ ਇੱਕ ਪਾਸੇ ਸਨ। ਤੁਸੀਂ ਇਹਨਾਂ ਦਾ ਕਿਵੇਂ ਮੁਕਾਬਲਾ ਕਰੋਗੇ? ਤੁਸੀਂ ਇਹਨਾਂ ਨੂੰ ਸਜ਼ਾ ਦਿਲਵਾ ਪਾਓਗੇ? ਸਰ ਜੀ ਸਜ਼ਾ ਮੇਰੇ ਰੱਬ ਨੇ ਦਵਾਉਣੀ, ਤੇ ਜਿਹੜੇ ਸੁਣਦੇ ਆਪਣੇ ਚੈਨਲ ਅੱਲਾਹ ਪਾਕ ਉਹਨਾਂ ਦੀ ਖੈਰ ਕਰੀ, ਕਿ ਉਹਨੇ ਮੇਰੇ ਕੋ ਸਾਥ ਦੇਗਾ ਠੀਕ ਹੈ। ਮੇਰਾ ਰੱਬ ਦੇ ਸਾਥ ਦਿੰਦਾ ਹੀ ਇਹਦੇ ਚ ਮੇਰਾ ਰਾਤੀ ਜਨਾਜ਼ੇ ਤੋਂ ਮਹਿਰੂਮ ਰਹਿ ਗਿਆ ਵਾ। ਇਸ ਤਰ੍ਹਾਂ ਵੈਸੇ ਮਹਿਰੂਮ ਨਾ ਮੈਂ ਖੁਦਾ ਜਾਣਦਾ। ਇਹ ਬੰਦਾ ਸਰ ਜੀ ਮੈਨੂੰ ਬਾਹਰ ਨਜ਼ਰ ਆਵੇ, ਮੈਂ ਤਾਂ ਟੋਟੇ ਕਰਾਂਗਾ, ਮੇਰੀ ਭੈਣ ਤੋਂ ਬਾਅਦ ਟੋਟੇ ਕਰਾਂਗਾ। ਹਾਂਜੀ ਹਾਂਜੀ जी नाज़रीन, आपने ये दोनों बहन भाई की सारी गुफ्तगू सुनी है कि किस दो बर्दाश्त कर इंसान जिंदा है हाँ जी, सानू इंसाफ चाहिए। बिल्कुल जी, इनका सिर्फ इतना सा मुतालबा है कि हमें सिर्फ इंसाफ चाहिए कि ये वो शख्स था जिसने एक इससे पहले भी खातून को कत्ल किया और फिर उसके बाद उस कत्ल को कैसे छुपा दिया गया। अब ये शख्स जो है वो किस तरह से खुद को जो शातिर और चालाक समझता था, अब इनका सिर्फ इतना सा